ਅੱਜ ਆਪਾਂ ਕਰਾਂਗੇ ਮੈਂ ਤੁਹਾਨੂੰ ਯੂਜ਼ ਦੱਸੂਗਾ ਤਿੰਨ ਇਹੋ ਜਿਹੇ ਵਰਡਸ ਜਿਹੜੇ ਆਮ ਤੌਰ ਤੇ ਕਾਫੀ ਕਨਫਿਊਜ਼ਿੰਗ ਰਹਿੰਦੇ ਹੈਗੇ। ਠੀਕ ਆ, ਇੱਕ ਕੈਨ, ਇੱਕ ਹੈਵ, ਇੱਕ ਬੀ। ਇਹ ਤਿੰਨ ਸ਼ਬਦ ਇਹੋ ਜਿਹੇ ਨੇਗੇ ਜਿਹੜੇ ਐਜ਼ ਅ ਵਰਬ, ਐਜ਼ ਅ ਹੈਲਪਿੰਗ ਵਰਬ, ਐਜ਼ ਅ ਮਾਡਲ ਵਰਬ ਯੂਜ਼ ਕੀਤੇ ਜਾਂਦੇ ਹੈਗੇ। ਜੇ ਤੁਸੀਂ ਇਹਨਾਂ ਦਾ ਤਿੰਨਾਂ ਦਾ ਯੂਜ਼ ਸਮਝਣਾ ਸਿੱਖਣਾ ਪ੍ਰੋਪਰ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਟੈਂਸਸ ਦੀ ਪੂਰੀ ਨੌਲੇਜ ਹੋਣੀ ਚਾਹੀਦੀ ਹੈ, ਮਾਡਲਸ ਦੀ ਪੂਰੀ ਨੌਲੇਜ ਹੋਣੀ ਚਾਹੀਦੀ ਹੈ। ਟੈਂਸਸ ਦੇ ਰੂਲ ਕਹਿਣ ਦਾ ਭਾਵ ਅਤੇ ਮਾਡਲ ਦਾ ਰੂਲ। ਸੋ ਤੁਹਾਨੂੰ ਥੋੜਾ ਜਿਹਾ ਰਿਮਾਈਂਡ ਕਰਾਉਣ ਦੇ ਲਈ ਮੈਂ ਰੂਲ ਲਿਖ ਦੂੰ, ਪੂਰੇ ਦੇ ਪੂਰੇ ਟੈਂਸ ਨਹੀਂ ਲਿਖੂੰਗਾ, ਓਕੇ, ਜਾਂ ਪੂਰੇ ਦੇ ਪੂਰੇ ਸਾਰੇ ਦੇ ਸਾਰੇ ਮਾਡਲ ਨਹੀਂ ਕਰਾਉਂਗਾ, ਪਰ ਉਸ ਤੋਂ ਪਹਿਲਾਂ ਮੈਂ ਇੱਕ ਰੂਲ ਜ਼ਰੂਰ ਲਿਖ ਦੂੰ ਮਾਡਲ ਦਾ ਅਤੇ ਟੈਂਸ ਦਾ ਫਾਰਮੂਲਾ ਦੱਸ ਦੂੰਗਾ ਤੁਹਾਨੂੰ। ਅੰਡਰਸਟੈਂਡ। ਇੱਕ ਸੈਂਟੈਂਸ ਦਾ ਫਾਰਮੂਲਾ ਤੁਹਾਨੂੰ ਪਤਾ ਹੋਣਾ ਚਾਹੀਦਾ, ਜਿਹਦੇ ਵਿੱਚ ਇੱਕ ਸਬਜੈਕਟ ਹੁੰਦਾਗਾ, ਓਕੇ, ਇੱਕ ਹੈਲਪਿੰਗ ਵਰਬ ਆ ਜਾਂਦਾਗਾ ਸਾਡਾ, ਰਾਈਟ। ਜੇ ਨਾਟ ਦੀ ਲੋੜ ਪਵੇ ਤਾਂ ਨਾਟ ਲੱਗ ਜਾਂਦਾ ਹੁੰਦਾ, ਉਸ ਤੋਂ ਬਾਅਦ ਵਰਬ ਆਉਂਦਾ ਹੁੰਦਾ ਜੀ, ਤੇ ਫਿਰ ਆਬਜੈਕਟ ਆਉਂਦਾ ਹੁੰਦਾ, ਰਾਈਟ। ਸੇਮ ਫਾਰਮੂਲਾ ਕਿਸੇ ਵੀ ਸੈਂਟੈਂਸ ਨੂੰ ਬਣਾਉਣਾ ਹੋਵੇ, ਚਾਹੇ ਉਹ ਟੈਂਸ ਨੇ, ਓਕੇ, ਚਾਹੇ ਉਹ ਮਾਡਲਸ ਨੇ, ਓਕੇ, ਦੋਨਾਂ ਦੇ ਲਈ ਸੇਮ ਫਾਰਮੂਲਾ ਯੂਜ਼ ਹੋ ਜਾਂਦਾ ਹੈ। ਇਜ਼ ਦਾ ਕਲੀਅਰ? ਤੇ ਫਾਰਮੂਲੇ ਦੇ ਵਿੱਚ ਸਬਜੈਕਟ ਕੀ ਹੁੰਦਾ, ਹੈਲਪਿੰਗ ਵਰਬ ਕੀ ਹੁੰਦਾ, ਨਾਟ ਕੀ ਹੁੰਦਾ, ਵਰਬ ਕੀ ਹੁੰਦਾ, ਆਬਜੈਕਟ ਕੀ ਹੁੰਦਾ, ਇਹ ਤਕਰੀਬਨ ਦੱਸਿਆ ਹੋਇਆ ਵਾ ਮੈਂ ਤੁਹਾਨੂੰ। ਗਾਇਸ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ, ਜਿਹੜੀ ਬੀ ਆ, ਓਕੇ, ਇੱਕ ਵਰਬ ਦੀ ਫਾਰਮ ਆ, ਹੈਗੀ ਆ ਵਰਬ ਦੀ ਸੈਕੰਡ ਫਾਰਮ, ਸੌਰੀ ਫਰਸਟ ਫਾਰਮ, ਓਕੇ। ਇਹਦੀ ਸੈਕੰਡ ਫਾਰਮ ਹੁੰਦੀ ਹੈਗੀ ਵਾਸ, ਓਕੇ। ਥਰਡ ਫਾਰਮ ਹੁੰਦੀ ਹੈ ਜੀ ਬੀਨ, alright, ਜਾਨੀ ਕਿ ਫਰਸਟ ਫਾਰਮ, ਸੈਕੰਡ ਫਾਰਮ, ਥਰਡ ਫਾਰਮ। ਇਜ਼ ਦੈਟ ਕਲੀਅਰ? ਓਕੇ, ਤੁਹਾਡੀ ਕਈ ਸਾਰੀਆਂ ਕਨਫਿਊਜ਼ਨਾਂ ਦੂਰ ਹੋ ਜਾਣਗੀਆਂ ਇਹਦੇ ਨਾਲ। ਮੈਂ ਲੈਸਨ ਨੂੰ ਥੋੜਾ ਲੰਬਾ ਨਹੀਂ ਬਣਾਉਣਾ ਚਾਹੁੰਦਾ, ਕਿਉਂਕਿ ਫਿਰ ਸਟੂਡੈਂਟਸ ਇਹਨਾਂ ਟਾਈਮ ਸਪੈਂਡ ਕਰਨਾ ਪਸੰਦ ਨਹੀਂ ਕਰਦੇ। ਅਦਰਵਾਈਜ਼ ਮੈਂ ਤੁਹਾਨੂੰ ਵਾਸ ਵੀ ਦੱਸ ਦੂੰਗਾ ਕਿ ਸੈਕੰਡ ਫਾਰਮ ਦੇ ਤੌਰ ਤੇ ਜਦੋਂ ਲੱਗਦਾ ਹੁੰਦਾ, ਕਿਉਂ ਲੱਗਦਾ ਹੁੰਦਾ, ਕਈ ਚੀਜ਼ਾਂ ਕਲੀਅਰ ਹੋ ਜਾਂਦੀਆਂ ਹੁੰਦੀਆਂ ਇਹਦੇ ਵਿੱਚ। ਸੋ ਬੀ ਨੂੰ ਹੁਣ ਕੀ ਹੈ, ਬੀ ਐਜ਼ ਅ ਫਰਸਟ ਫਾਰਮ ਯੂਜ਼ ਕਰਦੇ ਆਂਗੇ। ਤਾਂ ਰੂਲ ਆ, ਤੁਸੀਂ ਬੀ ਨੂੰ ਲੱਗਿਆ ਹੋਇਆ ਦੇਖਿਆ ਹੋਊਗਾ ਫਿਊਚਰ ਕੰਟੀਨਿਊਸ ਸੈਂਟੈਂਸ ਦੇ ਵਿੱਚ। ਫਿਊਚਰ ਕੰਟੀਨਿਊਸ ਦਾ ਫਾਰਮੂਲਾ ਹੁੰਦਾਗਾ ਇਹਦੇ ਵਿੱਚ ਬੀ ਦੀ ਵਰਤੋਂ ਕਰ ਲੈਂਦੇ ਹੋਗੇ ਤੁਸੀਂ। ਸੋ ਬੀ ਦੀ ਵਰਤੋਂ ਕਰਤਾ ਲੈਂਦੇ ਹੋ, ਰੱਟਾ ਤਾਂ ਮਾਰ ਲੈਂਦੇ ਆ ਸਾਰੇ, ਪਰ ਕਿਸ ਨੂੰ ਇਹ ਪਤਾ ਨਹੀਂ ਹੁੰਦਾਗਾ ਕਿ ਬੀ ਇੱਥੇ ਆਇਆ ਕਿਵੇਂ ਆ, ਕਿ ਆਪਣੀ ਮਰਜ਼ੀ ਨਾਲ ਹੀ ਚੱਕ ਕੇ ਥੋੜੋ ਲਾਦਾ ਟੀਚਰ ਨੇ। ਸੋ ਹਰੇਕ ਚੀਜ਼ ਜੋ ਵੀ ਵਰਡ ਕੋਈ ਵੀ ਆਪਾਂ ਯੂਜ਼ ਕਰਦੇ ਆਂਗੇ, ਉਹਦਾ ਕੋਈ ਨਾ ਕੋਈ ਮਕਸਦ ਹੁੰਦਾ, ਉਹ ਕਿਸੇ ਨਾ ਕਿਸੇ ਰੂਲ ਦੇ ਅਕੋਰਡਿੰਗ ਉੱਤੇ ਫਿੱਟ ਹੁੰਦਾ ਰਹਿੰਦਾ। ਓਕੇ ਜੀ, ਇਹ ਰੂਲ ਆ ਗਾਇਸ ਕਿ ਜਿਹੜਾ ਵਿਲ ਤੇ ਸ਼ੈਲ ਆ, ਇਸ ਤੋਂ ਬਾਅਦ ਵਰਬ ਦੀ ਫਰਸਟ ਫਾਰਮ ਹੀ ਲੱਗ ਸਕਦੀ ਹੁੰਦੀ ਹੈਗੀ। ਇਸ ਕਰਕੇ ਜੇ ਆਪਾਂ ਵਿਲ ਤੋਂ ਬਾਅਦ ਸਿੱਧਾ ਹੀ ਕੰਟੀਨਿਊਸ ਦੇ ਕਰਕੇ ਆਈਐਨਜੀ ਲਾ ਦਾਂਗੇ, ਉਹ ਰੂਲ ਗਲਤ ਹੋ ਜਾਣਾ। ਵਰਬ ਦੀ ਫਰਸਟ ਫਾਰਮ ਮਤਲਬ ਕੱਲੀ ਵਰਬ ਦੀ ਫਰਸਟ ਫਾਰਮ, ਨਾ ਉਹਦੇ ਨਾਲ ਆਈਐਨਜੀ, ਕਿਉਂਕਿ ਜਿਹੜੀ ਆਈਐਨਜੀ ਵਾਲੀ ਆ, ਇਹਨੂੰ ਐਜ਼ ਅ ਵਰਬ ਦੀ ਫੋਰਥ ਫਾਰਮ ਮੰਨਿਆ ਜਾਂਦਾ ਹੁੰਦਾ। ਓਕੇ, ਸੋ ਹੁਣ ਇੱਥੇ ਆਪਾਂ ਫਰਸਟ ਫਾਰਮ ਲਾਉਣੀ ਹੈਗੀ, ਰੂਲ ਸਹੀ ਰੱਖਣਾ। ਕੰਟੀਨਿਊਸ ਦਾ ਹੋਣ ਕਰਕੇ ਆਈਐਨਜੀ ਰੱਖਣਾ ਜ਼ਰੂਰੀ ਹੁੰਦਾਗਾ, ਕਿਉਂਕਿ ਕੰਟੀਨਿਊਸ ਸੈਂਟੈਂਸ ਬਿਨਾ ਆਈਐਨਜੀ ਤੋਂ ਬਣਦਾ ਨਹੀਂ ਹੈਗਾ, ਵਰਬ ਦੀ ਫਰਸਟ ਫਾਰਮ ਆਈਐਨਜੀ ਤੋਂ ਬਿਨਾ, ਰਾਈਟ। ਤੇ ਹੁਣ ਇਹ ਦੋਨੇ ਕਨੈਕਟਡ ਰਹਿੰਦੇ ਹੈਗੇ, ਤੇ ਵਿਲ ਤੋਂ ਬਾਅਦ ਰੂਲ ਆ ਕਿ ਵਰਬ ਦੀ ਫਰਸਟ ਫਾਰਮ ਹੀ ਲੱਗ ਸਕਦੀ ਹੁੰਦੀ ਹੈਗੀ। ਤਾਂ ਫਿਰ ਕੀ ਕਰਦੇ ਹੈਗੇ, ਅਸੀਂ ਆਪਦੇ ਕੋਲੋਂ ਇੱਕ ਹੈਲਪਿੰਗ ਵਰਬ ਲਾਉਣ ਲਈ ਸਾਨੂੰ ਗ੍ਰਾਮਰ ਦਾ ਰੂਲ ਬਣਾਇਆ ਹੋਇਆ ਹੈਗਾ। ਤਾਂ ਹੁਣ ਉਹ ਹੈਲਪਿੰਗ ਵਰਬ ਐ ਤਾਂ ਕੋਈ ਵੀ ਚੱਕ ਕੇ ਫਰਸਟ ਫਾਰਮ ਲਾ ਲੂ, ਡੂ ਲਾ ਲੂ ਆਪਦੇ ਕੋਲੋਂ, ਓਕੇ, ਗੋ ਲਾ ਲੂ, ਕੋਈ ਵੀ ਆਪਦੇ ਕੋਲੋਂ ਮਰਜ਼ੀ ਨਾਲ ਹੀ ਚੱਕ ਕੇ ਲਾ ਲੂਗਾ, ਰਾਈਟ। ਸੋ ਕੋਈ ਇਦਾਂ ਦਾ ਵਰਬ ਚੱਕਿਆ ਗਿਆ ਕਿ ਜਿਹਨੂੰ ਆਪਾਂ ਐਜ਼ ਅ ਹੈਲਪਿੰਗ ਵਰਬ ਯੂਜ਼ ਕਰ ਸਕੀਏ, ਠੀਕ ਹੈ ਜੀ। ਸੋ ਉਹਨਾਂ ਨੇ ਕੀ ਕੀਤਾ, ਜਿਹੜੇ ਕੰਟੀਨਿਊਸ ਦੇ ਸੈਂਟੈਂਸ ਜਿੰਨੇ ਵੀ ਤਿੰਨੇ ਫਾਰਮੂਲੇ ਨੇਗੇ, ਪ੍ਰੈਜ਼ੈਂਟ ਕੰਟੀਨਿਊਸ ਤੇ ਪਾਸਟ ਕੰਟੀਨਿਊਸ, ਓਕੇ, ਉਹਦੇ ਵਿੱਚ ਜਿਹੜਾ ਪਾਸਟ ਕੰਟੀਨਿਊਸ ਆ, ਪਾਸਟ ਕੰਟੀਨਿਊਸ ਦੇ ਵਿੱਚ ਜਿਹੜਾ ਹੈਲਪਿੰਗ ਵਰਬ ਆ, ਉਹ ਵਾਸ ਤੇ ਵਰ ਯੂਜ਼ ਕੀਤੇ ਜਾਂਦੇ ਨੇਗੇ। ਸੋ ਵਾਸ ਹੈਗੀ ਆ ਜਿਹੜੀ ਫਾਰਮ ਸੈਕੰਡ, ਓਕੇ। ਸੋ ਸੇਮ ਜਾਨੀ ਕਿ ਜਿਹੜੇ ਹੈਲਪਿੰਗ ਵਰਬ ਕੰਟੀਨਿਊਸ ਦੇ ਫਾਰਮੂਲੇ ਵਿੱਚ ਵਰਤੇ ਜਾਂਦੇ ਆ, ਉਹਨਾਂ ਚੋਂ ਇੱਕ ਪਾਸਟ ਕੰਟੀਨਿਊਸ ਵਾਲੇ ਹੈਲਪਿੰਗ ਵਰਬ ਚੱਕੇ ਤੇ ਉਹਦੀ ਫਰਸਟ ਫਾਰਮ ਲੈ ਲਈ ਇੱਥੇ, ਜਾਨੀ ਕਿ ਵਾਸ ਦੀ ਫਰਸਟ ਫਾਰਮ ਕੀ ਸੀਗੀ, ਬੀ। ਇਹਨੂੰ ਫਿਊਚਰ ਦੇ ਵਿੱਚ ਪਾਸਟ ਕੰਟੀਨਿਊਸ ਦੇ ਵਿੱਚ ਵਾਸ ਵਰ ਹੀ ਲੱਗਣਾ, ਪਰ ਫਿਊਚਰ ਦੇ ਵਿੱਚ ਆ ਕੇ ਉਹੀ ਵਾਸ ਆ ਜਿਹੜਾ ਉਹਦੀ ਜਦੋਂ ਫਰਸਟ ਫਾਰਮ ਹੁੰਦੀ ਹੈ, ਇੱਥੇ ਆ ਕੇ ਬੀ ਬਣ ਜਾਂਦਾ, ਉਹ ਬਿਲ ਦੇ ਨਾਲ ਯੂਜ਼ ਕਰਨ ਲੱਗ ਜਾਂਦੇ। ਇੰਨੀ ਚੀਜ਼ ਕਲੀਅਰ ਹੋ ਗਈ ਜੀ ਤੁਹਾਨੂੰ ਸਾਰਿਆਂ ਨੂੰ? ਓਕੇ।
ਹੁਣ ਇਸ ਤੋਂ ਬਾਅਦ ਇਹ ਇੰਨੀ ਚੀਜ਼ ਤੁਹਾਨੂੰ ਮੈਂ ਕਲੀਅਰ ਕਰਵਾਤੀ ਕਿ ਬੀ ਇੱਥੇ ਕਿੱਦਾਂ ਯੂਜ਼ ਹੁੰਦਾ। ਪਰ ਜੇ ਬੀ ਦੇ ਉਹਦਾ ਪੰਜਾਬੀ ਸਮਝਣੀ ਹੋਵੇ ਕੀ ਹੁੰਦੀ ਹੈਗੀ ਤਾਂ ਬੀ ਦੀ ਪੰਜਾਬੀ ਹੁੰਦੀ ਆ ਹੋਣਾ। ਕੀ ਹੁੰਦੀ ਆ ਹੋਣਾ, ਰਾਈਟ। ਇੱਥੇ ਹੋਣਾ ਨਹੀਂ ਵਰਤਿਆ ਜਾਂਦਾ ਐਜ਼ ਅ ਹੋਣਾ, ਓਕੇ। ਬੀ ਦੀ ਪੰਜਾਬੀ ਹੋਣਾ ਉਦੋਂ ਹੀ ਵਰਤੀ ਜਾਂਦੀ ਹੁੰਦੀ ਹੈ ਜਦੋਂ ਇਹ ਐਜ਼ ਅ ਵਰਬ ਯੂਜ਼ ਕੀਤਾ ਜਾਵੇ, ਓਕੇ। ਕੀ ਚੀਜ਼ ਐਜ਼ ਅ ਵਰਬ, ਜਦੋਂ ਐਜ਼ ਅ ਹੈਲਪਿੰਗ ਵਰਬ ਬੀ ਨੂੰ ਯੂਜ਼ ਕੀਤਾ ਜਾਂਦਾ ਉਦੋਂ ਇਹਦੀ ਪੰਜਾਬੀ ਹੋਣਾ ਨਹੀਂ ਹੁੰਦੀ, ਠੀਕ ਆ ਜੀ। ਲੱਗੀ ਸਮਝ? ਤੁਹਾਨੂੰ ਮੈਂ ਦੋਨੇ ਐਗਜ਼ਾਮਪਲਾਂ ਦਊਂਗਾ ਕਿ ਕਿੱਥੇ ਇਹ ਐਜ਼ ਅ ਹੈਲਪਿੰਗ ਵਰਬ ਯੂਜ਼ ਹੁੰਦੀ ਹੈ, ਕਿਤੇ ਇਹ ਐਜ਼ ਅ ਵਰਬ ਯੂਜ਼ ਹੁੰਦੀ ਹੈਗੀ। ਜਿੱਦਾਂ ਇੱਕ ਐਗਜ਼ਾਮਪਲ ਦਾ ਲਿਖੀ ਪਈ ਆ, ਇੱਥੇ ਇਹ ਐਜ਼ ਅ ਹੈਲਪਿੰਗ ਵਰਬ ਯੂਜ਼ ਹੋਈ ਹੈ, ਵਿਲ ਦੇ ਨਾਲ ਜੁੜ ਕੇ ਆਉਂਦੀ ਹੈਗੀ। ਤਾਂ ਹੀ ਤੁਸੀਂ ਜਦੋਂ ਫਾਰਮੂਲਾ ਸਿੱਖਦੇ ਹੋ ਤੁਸੀਂ ਸਿੱਖਦੇ ਹੁੰਦੇ ਹੋ ਸਬਜੈਕਟ ਵਿਲ ਬੀ ਜਾਂ ਸ਼ੈਲ ਬੀ ਪਲੱਸ ਵਰਬ ਦੀ ਫਰਸਟ ਫਾਰਮ ਆਈਐਨਜੀ ਪਲੱਸ ਸਬਜੈਕਟ। ਸੋ ਇੱਥੇ ਐਜ਼ ਅ ਹੈਲਪਿੰਗ ਵਰਬ ਯੂਜ਼ ਹੋਈ ਆ, ਓਕੇ। ਇੱਥੇ ਬੀ ਦਾ ਜਿਹੜਾ ਮੀਨਿੰਗ ਆ, ਜੇ ਤੁਸੀਂ ਸੈਂਟੈਂਸ ਬਣਾਓਗੇ ਕਿਤੇ ਵੀ ਤੁਹਾਨੂੰ ਹੋਣਾ, ਹੁੰਦਾ, ਹੋਇਆ ਕੁਝ ਇਦਾਂ ਦਾ ਨਹੀਂ ਪਤਾ ਲੱਗੂਗਾ, ਰਾਈਟ। ਜਦੋਂ ਆਪਾਂ ਇਹਨੂੰ ਐਜ਼ ਅ ਵਰਬ ਵਰਤਾਂਗੇ ਉਦੋਂ ਹੀ ਤੁਹਾਨੂੰ ਕਲੀਅਰ ਹੋਊਗੀ ਇਹ ਚੀਜ਼, ਓਕੇ। ਹੁਣ ਮੈਂ ਤੁਹਾਨੂੰ ਐਜ਼ ਅ ਵਰਬ ਯੂਜ਼ ਕਰਕੇ ਦਿਖਾਉਣਾ ਹੈ ਕਿਦਾਂ ਯੂਜ਼ ਹੁੰਦਾ, ਓਕੇ। ਜਦੋਂ ਇਹਨੂੰ ਐਜ਼ ਅ ਵਰਬ ਸਮਝਣਾ ਹੋਵੇ ਤਾਂ ਤੁਹਾਨੂੰ ਇੱਕ ਮੈਂ ਤੁਹਾਨੂੰ ਸ਼ੁੱਡ ਦੀ ਪੰਜਾਬੀ ਪਤਾ ਕੀ ਹੁੰਦੀ ਆ? ਚਾਹੀਦਾ ਹੁੰਦੀ ਆ, ਰਾਈਟ। ਸੋ ਜੇ ਹੁਣ ਸ਼ੁੱਡ ਦੇ ਨਾਲ ਬਣਾਉਣੀ ਹੋਵੇ ਮੈਂ ਤੁਹਾਨੂੰ ਕਹਾਂ ਤੁਸੀਂ ਉੱਥੇ ਹੋਣੇ ਚਾਹੀਦੇ ਹੋ, ਓਕੇ। ਇਦਾਂ ਦੇ ਜਾਨੀ ਕਿ ਵੀ ਕੋਈ ਕੰਮ ਚਾਹੀਦਾ ਹੈ ਦੀ ਵੀ ਸੈਂਸ ਦੇਵੇ ਨਾਲ, ਉਹਦੇ ਨਾਲ ਦੀ ਨਾਲ ਹੋਣ ਦੀ ਵੀ ਸੈਂਸ ਦੇਵੇ, ਹੋਣਾ, ਸਿੰਪਲ। ਸੋ ਲਿਖ ਦੇਾਂਗੇ ਯੂ ਤੁਸੀਂ ਸ਼ੁੱਡ ਚਾਹੀਦੇ ਬੀ देयर। ਇੱਥੇ ਜਿਹੜੀ ਵੀ ਚੀਜ਼ ਤੁਸੀਂ ਜਗ੍ਹਾ ਦੀ ਗੱਲ ਕਰਦੇ ਹੋ, ਓਕੇ। ਸੋ ਇੱਥੇ ਕੀ ਆ ਜਿਹੜਾ ਆਹ ਵਾ ਇਹ ਕੌਣ ਆ? ਸਬਜੈਕਟ। ਆ ਕੀ ਆ ਤੁਹਾਡਾ? ਮਾਡਲ। ਆ ਕੀ ਆ ਤੁਹਾਡਾ? ਵਰਬ। ਆ ਕੀ ਆ ਗਿਆ ਤੁਹਾਡਾ? ਆਬਜੈਕਟ, ਠੀਕ ਹੈ ਜੀ। ਹੁਣ ਇਹ ਕਿੱਦਾਂ ਲੱਗਿਆ ਇੱਥੇ ਬੀ? ਹੁਣ ਇਹ ਵਾਲਾ ਆਹੀ ਫਾਰਮੂਲਾ ਦੇਖ ਲਓ ਉੱਪਰ ਲਾਈਨ ਜਿਹੜਾ ਲਿਖਿਆ ਹੋਇਆ ਵਾ, ਓਕੇ। ਸੋ ਯੂ ਸ਼ੁੱਡ ਬੀ ਇਨ ਦਾ ਪਲੇਗਰਾਉਂਡ ਲਿਖ ਦਿੰਦੇ ਆ ਇੱਥੇ। ਗਾਇਜ਼ ਜਿਹੜਾ ਆਬਜੈਕਟ ਬਣਦਾ ਹੁੰਦਾ ਨਾ ਉਹ ਸਾਰਾ ਵਰਬ ਨੂੰ ਦੇਖ ਕੇ ਹੀ ਬਣਦਾ ਹੁੰਦਾ। ਸੋ ਜਿੱਦਾਂ ਦਾ ਵਰਬ ਆਇਆ ਹੋਊਗਾ ਜਾਨੀ ਕਿ ਜਿੱਦਾਂ ਦੀ ਹੁਣ ਕੋਈ ਕਿਰਿਆ ਹੋ ਰਹੀ ਹੋਊਗੀ ਉਹ ਉਦਾਂ ਦੀ ਕਿਸੇ ਚੀਜ਼ ਦੇ ਨਾਲ ਜਾ ਕੇ ਜੁੜੂਗਾ, ਓਕੇ। ਆਈ ਐਮ ਕੁਕਿੰਗ ਕਾਰ, ਸੈਂਸ ਨਹੀਂ ਨਾ ਜੁੜਦੀ, ਕੁਕਿੰਗ ਤੇ ਕਾਰ ਦੀ ਤਾਂ ਕੋਈ ਸੈਂਸ ਹੀ ਨਹੀਂ ਜੁੜਦੀ, ਲੱਗੀ ਸਮਝ? ਸੋ ਜਿੱਦਾਂ ਦਾ ਵਰਬ ਹੋਊ ਉਦਾਂ ਦੀ ਉਹਦੇ ਨਾਲ ਅੱਗੇ ਜਾ ਕੇ ਆਬਜੈਕਟ ਜੁੜਦਾ ਹੁੰਦਾ, ਓਕੇ। ਸੋ ਇਹਦਾ ਮਤਲਬ ਕੀ ਆ? ਹੋਣਾ। ਹੋਣ ਦਾ ਮਤਲਬ ਕੀ ਆ? ਵੀ ਮੌਜੂਦਗੀ ਦੀ ਗੱਲ ਆ ਰਹੀ ਹੈਗੀ ਇੱਥੇ ਕਿ ਵੀ ਤੁਸੀਂ ਉੱਥੇ ਹੋਣੇ ਚਾਹੀਦੇ ਹੋ, ਅੰਡਰਸਟੈਂਡ? ਸੋ ਇੱਥੇ ਹੋਣਾ ਜਿਹੜਾ ਉਹਦੀ ਪੰਜਾਬੀ ਇੰਗਲਿਸ਼ ਕੀ ਹੁੰਦੀ ਆ? ਬੀ, ਓਕੇ। ਇਜ਼ ਦੈਟ ਕਲੀਅਰ? ਓਕੇ। ਸੋ ਹੁਣ ਇਹ ਤੋਂ ਬਿਨਾ ਇੱਕ ਬੀ ਹੋਰ ਥਾਂ ਤੇ ਵੀ ਯੂਜ਼ ਹੁੰਦਾ ਹੈਗਾ। ਇੱਥੇ ਐਜ਼ ਅ ਹੈਲਪਿੰਗ ਵਰਬ ਯੂਜ਼ ਕੀਤਾ ਮੈਂ ਜਦੋਂ ਆਪਾਂ ਕਦੇ ਵੀ ਇਹਨੂੰ ਯੂਜ਼ ਕਰਦੇ ਹਾਂਗੇ ਟੈਂਸਸ ਦੇ ਵਿੱਚ, ਓਕੇ। ਇੱਥੇ ਮੈਂ ਇਹਨੂੰ ਯੂਜ਼ ਕੀਤਾਗਾ ਜਦੋਂ ਆਪਾਂ ਮਾਡਲਸ ਦੇ ਵਿੱਚ, ਯਾਨੀ ਕਿ ਟੈਂਸਸ ਦੇ ਵਿੱਚ ਇਹ ਹੈਲਪਿੰਗ ਵਰਬ ਦੇ ਤੌਰ ਤੇ ਯੂਜ਼ ਕੀਤਾ। ਆਪਾਂ ਟੈਂਸਸ ਦੇ ਵਿੱਚ ਵੀ ਇਹਨੂੰ ਵਰਬ ਦੇ ਤੌਰ ਤੇ ਯੂਜ਼ ਕਰ ਸਕਦੇ ਹੁੰਦੇ ਹਾਂਗੇ, ਓਕੇ। ਯੂ ਵਿਲ ਬੀ देयर, ਤੁਸੀਂ ਉੱਥੇ ਹੋਵੋਗੇ, ਓਕੇ, ਓਕੇ। ਜਾਂ ਕੋਈ ਕੰਮ ਕਰਾਉਣਾ ਹੋਵੇ, ਓਕੇ। ਮੈਂ ਇਹਨੂੰ ਕਹਾਂ ਕਿ ਯਾਰ ਤੂੰ ਚੱਲ, ਤੇਰਾ ਦੋਸਤ ਆ ਉਹ ਤਾਂ ਕੰਮ ਕਰ ਦੂਗਾ, ਤਾਂ ਮੇਰਾ ਜਿਹੜਾ ਦੋਸਤ ਆ, ਓਕੇ, ਮੇਰਾ ਦੋਸਤ ਮੈਨੂੰ ਕਹੂਗਾ ਕਿ ਵੀ ਕੋਈ ਚੱਕਰ ਨਹੀਂ ਤੁਸੀਂ ਉੱਥੇ ਹੋਵੋਗੇ ਤਾਂ ਸਹੀ, ਕਹਿੰਦੇ ਨਾ ਤੁਸੀਂ ਉੱਥੇ ਹੋਵੋਗੇ ਤਾਂ ਸਹੀ, ਤੁਸੀਂ ਦੇਖ ਰੇਖ ਕਰ ਲਿਓ ਜੋ ਵੀ ਕੰਮ ਕਰਾਉਣਾ ਉਹ ਮੁੰਡਾ ਆ ਜਾਊਗਾ ਤੁਹਾਡਾ ਕੰਮ ਕਰ ਦੂਗਾ, ਮੈਨੂੰ ਆਉਣ ਦੀ ਲੋੜ ਨਹੀਂ। ਇਦਾਂ ਕਹਿ ਦਿੰਦੇ ਹੁੰਦੇ ਨਾ ਆਪਾਂ, ਉਹਦੀ ਅੰਗਰੇਜ਼ੀ ਬਣਦੀ ਹੁੰਦੀ ਹੈਗੀ ਕਿ ਯੂ ਵਿਲ ਬੀ देयर।
ਤੁਸੀਂ ਉੱਥੇ ਹੋਵੋਗੇ। ਓਕੇ, ਬੋਲ ਕੇ ਦੇਖੋ, ਤੁਸੀਂ ਉੱਥੇ ਹੋਵੋਗੇ। ਉਦੋਂ ਬੀ ਟੈਂਸਸ ਦੇ ਵਿੱਚ ਐਜ਼ ਅ ਵਰਬ ਯੂਜ਼ ਕੀਤਾ ਜਾਂਦਾ। ਇਜ਼ ਦੈਟ ਕਲੀਅਰ? ਓਕੇ, ਸੋ ਕਨਫਿਊਜ਼ ਨਾ ਹੋਇਓ। ਇੱਥੇ ਆਪਾਂ ਇਹਦੇ ਵਿੱਚ ਐਜ਼ ਅ ਮੈਂ ਤੁਹਾਨੂੰ ਟੈਂਸਸ ਦੇ ਵਿੱਚ ਐਜ਼ ਅ ਹੈਲਪਿੰਗ ਵਰਬ ਤੇ ਐਜ਼ ਅ ਵਰਬ ਦੋਨੇ ਤਰ੍ਹਾਂ ਦੱਸਦੇ। ਇੱਕ ਤਾਂ ਐਜ਼ ਅ ਹੈਲਪਿੰਗ ਵਰਬ, ਇੱਕ ਹੈ ਯੂ ਵਿਲ ਬੀ देयर ਐਜ਼ ਅ ਵਰਬ। ਦੋਨੇ ਚੀਜ਼ਾਂ ਕਲੀਅਰ ਹੋ ਗਈਆਂ। ਹੁਣ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਮਾਡਲਸ ਦੇ ਵਿੱਚ ਐਜ਼ ਅ ਵਰਬ, ਐਜ਼ ਅ ਹੈਲਪਿੰਗ ਵਰਬ ਦੋਨੇ ਬਣਾ ਕੇ ਦਿਖਾਉਂਗਾ ਤਾਂ ਕਿ ਤੁਹਾਡੀ ਕਨਫਿਊਜ਼ਨ ਦੂਰ ਹੋ ਜਾਏ ਇਹਦੇ ਵਿੱਚ। ਸੋ ਕੀ ਆ, ਯੂ ਸ਼ੁੱਡ ਬੀ ਇਨ ਦਾ ਪਲੇਗਰਾਉਂਡ, ਇੱਥੇ ਐਜ਼ ਅ ਵਰਬ ਆ, ਤੇ ਜੇ ਇਹੀ ਚੀਜ਼ ਨੂੰ ਮੈਂ ਆਪਾਂ ਐਜ਼ ਅ ਹੈਲਪਿੰਗ ਵਰਬ ਵਰਤਣਾ ਹੋਵੇ ਫਿਰ ਮੈਨੂੰ ਸੈਂਟੈਂਸ ਚੇਂਜ ਕਰਨਾ ਪੈਣਾ ਵਾ। ਤਾਂ ਮੈਂ ਸੈਂਟੈਂਸ ਚੇਂਜ ਕਰਕੇ ਕੀ ਲਿਖੂੰਗਾ, ਮੈਨੂੰ ਪੈਸਿਵ ਸੈਂਟੈਂਸ ਬਣਾਉਣਾ ਪਊਗਾ ਮਾਡਲ ਦਾ ਪੈਸਿਵ ਸੈਂਟੈਂਸ ਜਦੋਂ ਬਣਾਉਣੇ ਹੈਗੇ ਤਾਂ ਮਾਡਲ ਦੇ ਪਹਿਲਾਂ ਤਾਂ ਮੈਂ ਤੁਹਾਨੂੰ ਮਾਡਲ ਦੇ ਐਕਟਿਵ ਦਾ ਰੂਲ ਦੱਸ ਦਿੰਦਾ। ਮਾਡਲ ਦੇ ਐਕਟਿਵ ਦਾ ਰੂਲ ਤਕਰੀਬਨ ਸੇਮ ਆ ਹੁੰਦਾ ਹੈ, ਪਰ ਐਗਜ਼ੈਕਟ ਸਬਜੈਕਟ ਪਲੱਸ ਮਾਡਲ ਵਰਬ ਪਲੱਸ ਜੇ ਨਾਟ ਦੀ ਗਾਈਸ ਤੁਹਾਨੂੰ ਲੋਡ ਪੈਂਦੀ ਹੈ ਤਾਂ ਨਾਟ ਲਾ ਲਓ, ਅਦਰਵਾਈਜ਼ ਨਹੀਂ ਲੋਡ ਤਾਂ ਨਾ ਲਾਓ। ਪਲੱਸ ਮਾਡਲ ਦਾ ਰੂਲ ਆ ਜੀ, ਇਹਦੇ ਵਿੱਚ ਵਰਬ ਦੀ ਫਸਟ ਫਾਰਮ ਹੀ ਰਹਿੰਦੀ ਆ। ਇਹ ਰੂਲ ਆ, ਚਾਹੇ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਮਾਡਲ ਨੂੰ ਯੂਜ਼ ਕਰ ਲਓ, ਮਾਡਲ ਤੋਂ ਬਾਅਦ ਓਕੇ ਜੇ ਕੋਈ ਵਰਬ ਦੇ ਤੌਰ ਤੇ ਕੋਈ ਆਪਾਂ ਵਰਡ ਯੂਜ਼ ਕਰਦੇ ਆ ਸੋ ਅਸਲੀ ਰੂਲ ਕੀ ਆ ਮਾਡਲ ਦੇ ਐਕਟਿਵ ਸੈਂਟੈਂਸ ਦਾ ਕਿ ਸਬਜੈਕਟ ਹੋਣਾ ਜ਼ਰੂਰੀ ਆ। ਇੱਥੇ ਮਾਡਲ ਵਰਬ ਆ ਜਾਊਗਾ ਤੁਹਾਡਾ, ਇੱਥੇ ਨਾਟ ਤੇ ਵਰਬ ਦੀ ਫਸਟ ਫਾਰਮ ਪਲੱਸ ਸਬਜੈਕਟ। ਪਰ ਜਦੋਂ ਇਹਦਾ ਪੈਸਿਵ ਬਣਾਉਣਾ ਹੋਵੇ, ਪੈਸਿਵ ਦਾ ਰੂਲ ਥੋੜਾ ਜਿਹਾ ਡਿਫਰੈਂਟ ਹੁੰਦਾਗਾ। ਉਹ ਕੀ ਬਣਦਾ ਹੁੰਦਾ, ਆਬਜੈਕਟ ਪਲੱਸ ਮਾਡਲ ਵਰਬ। ਇੱਕ ਰੂਲ ਆ ਜੀ, ਪੈਸਿਵ ਸੈਂਟੈਂਸ ਕੋਈ ਵੀ ਬਣਦਾ ਹੋਵੇ ਉਹਦੇ ਵਿੱਚ ਵਰਬ ਦੀ ਥਰਡ ਫਾਰਮ ਹੀ ਯੂਜ਼ ਕਰ ਸਕਦੇ ਹੈਗੇ ਆਪਾਂ, ਹੋਰ ਕੋਈ ਨਹੀਂ ਯੂਜ਼ ਹੁੰਦੀ। ਇਜ਼ ਦੈਟ ਕਲੀਅਰ? ਪੈਸਿਵ ਸੈਂਟੈਂਸ ਕਿਸੇ ਦਾ ਵੀ ਬਣਦਾ ਹੋਵੇ, ਚਾਹੇ ਟੈਂਸਸ ਦਾ ਚਾਹੇ ਮੋਡਲਸ ਦਾ, ਉਹਦੇ ਵਿੱਚ ਆਪਾਂ ਵਰਬ ਦੀ ਥਰਡ ਫਾਰਮ ਹੀ ਯੂਜ਼ ਕਰ ਸਕਦੇ ਹਾਂ, ਹੋਰ ਕੋਈ ਨਹੀਂ ਯੂਜ਼ ਹੁੰਦੀ। ਸੋ ਰੂਲ ਦੇ ਅਕੋਰਡਿੰਗ ਮੈਂ ਇੱਥੇ ਵਰਬ ਦੀ ਥਰਡ ਫਾਰਮ ਯੂਜ਼ ਕਰ ਦੂੰਗਾ, ਯਾਨੀ ਕਿ ਥਰਡ ਫਾਰਮ ਆਫ ਵਰਬ ਪਲੱਸ ਬਾਏ ਪਲੱਸ ਸਬਜੈਕਟ। ਤਾਂ ਹੁਣ ਮੈਂ ਤੁਹਾਨੂੰ ਇੱਕ ਰੂਲ ਦੱਸਿਆ ਸੀਗਾ ਕਿ ਵੀ ਮਾਡਲ ਤੋਂ ਬਾਅਦ ਤਾਂ ਵਰਬ ਦੀ ਫਸਟ ਫਾਰਮ ਲੱਗਦੀ ਆ। ਫਿਰ ਕਈ ਸਟੂਡੈਂਟਸ ਹੁੰਦੇ ਸਰ ਜੀ ਤੁਸੀਂ ਵੀ ਗਲਤ ਪੜਾਤਾ ਜੀ, ਤੁਸੀਂ ਇੱਕ ਵਾਰੀ ਤਾਂ ਕਹਿੰਦੇ ਮਾਡਲ ਤੋਂ ਬਾਅਦ ਵਰਬ ਦੀ ਫਸਟ ਫਾਰਮ ਲੱਗਦੀ ਆ, ਇੱਕ ਵਾਰੀ ਕਹਿੰਦੇ ਹੋ ਕਿ ਹੁਣ ਇੱਥੇ ਵਰਬ ਦੀ ਥਰਡ ਫਾਰਮ ਲਾਈ ਜਾਂਦੇ ਹੋ। ਸੋ ਉਹੀ ਕਨਫਿਊਜ਼ਨ ਨੂੰ ਦੂਰ ਕਰਨ ਦੇ ਲਈ ਇਹਨਾਂ ਨੇ ਮਾਡਲ ਤੋਂ ਬਾਅਦ ਇੱਕ ਵਰਬ ਦੀ ਫਾਰਮ ਫਸਟ ਫਾਰਮ ਇਹ ਜੀ ਯੂਜ਼ ਕਰਨੀ ਜਿਹੜੀ ਪਹਿਲੀ ਹੋਵੇ ਤੇ ਐਜ਼ ਅ ਹੈਲਪਿੰਗ ਵਰਬ ਨੂੰ ਵਰਤ ਲੈਂਦੇ ਹੈਗੇ। ਤਾਂ ਉਹ ਕਿਹੜੀ ਫਾਰਮ ਆ, ਉਹ ਉਹੀ ਹੈਗੀ ਆ ਬੀ, ਆ ਲੱਗ ਜਾਂਦਾ ਹੈ। ਤਾਂ ਹੀ ਆਬਜੈਕਟ ਮਾਡਲ ਵਰਬ ਬੀ ਵਰਬ ਦੀ ਥਰਡ ਫਾਰਮ ਬਾਈ ਪਲੱਸ ਆਬਜੈਕਟ। ਜੇ ਨਾਟ ਲਾਉਣਾ ਹੋਵੇ ਤਾਂ ਗਾਇਜ਼ ਇੱਥੇ ਲੱਗੂਗਾ ਮਾਡਲ ਵਰਬ ਤੇ ਬੀ ਦੇ ਵਿਚਾਲੇ ਨਾਟ ਲੱਗੂਗਾ ਜੇ ਲਾਉਣਾ ਹੋਵੇ, ਠੀਕ ਹੈ। ਜਿਹਦੇ ਵਿੱਚ ਵੀ ਨਾਟ ਲਾਉਣਾ ਹੋਵੇ ਕਿਤੇ ਵੀ, ਕਿਉਂਕਿ ਨਾਟ ਦਾ ਵੀ ਇੱਕ ਰੂਲ ਆ ਗਾਇਜ਼। ਪਹਿਲਾ ਰੂਲ ਤਾਂ ਇਹ ਆ ਕਿ ਅਨਲੈਸ ਜਦ ਤੱਕ ਕੋਈ ਕੰਡੀਸ਼ਨਲ ਸੈਂਟੈਂਸ ਨਹੀਂ ਆਉਂਦਾ, ਓਕੇ, ਜਿਵੇਂ ਕੰਪਲੈਕਸ ਜਾਂ ਕੰਪਾਊਂਡ, ਉਹਨਾਂ ਦੇ ਵਿੱਚ ਕਈ ਵਾਰੀ ਨਾਟ ਬਿਨਾ ਹੈਲਪਿੰਗ ਵਰਬ ਤੋਂ ਲੱਗ ਜਾਂਦਾ ਹੁੰਦਾ। ਪਰ ਜੇ ਨਾਰਮਲ ਸੈਂਟੈਂਸ ਤੁਸੀਂ ਬਣਾਉਣੇ ਹੋਣਗੇ, ਓਕੇ, ਸਿੰਪਲ ਸੈਂਟੈਂਸ, ਤਾਂ ਨਾਟ ਆ ਜਿਹੜਾ ਉਹ ਬਿਨਾ ਹੈਲਪਿੰਗ ਵਰਬ ਤੋਂ ਲੱਗ ਹੀ ਨਹੀਂ ਸਕਦਾ, ਠੀਕ ਆ ਜੀ। ਬਿਨਾ ਹੈਲਪਿੰਗ ਵਰਬ ਤੋਂ ਨਾਟ ਲੱਗਦਾ ਹੀ ਨਹੀਂ, ਪਹਿਲਾ ਰੂਲ। ਦੂਜਾ, ਜੇ ਨਾਟ ਲਾਉਨੇ ਆ ਇੱਕ ਸੈਂਟੈਂਸ ਦੇ ਵਿੱਚ ਫਿਰ ਨਾਟ ਲੱਗੂਗਾ ਕਿੱਥੇ, ਜਿਵੇਂ ਕਿ ਹੁਣ ਹੈਲਪਿੰਗ ਵਰਬ ਤੋਂ ਬਾਅਦ ਨਾਟ ਲੱਗਦਾ। ਕਈ ਵਾਰੀ ਹੈਲਪਿੰਗ ਵਰਬ ਦੋ ਆ ਜਾਂਦੇ ਹੈਗੇ, ਜਿਵੇਂ ਵਿਲ ਤੇ ਬੀ ਹੈਗੇ ਤਾਂ ਦੋਨੇ ਹੀ ਹੈਲਪਿੰਗ ਵਰਬ ਨੇ, ਤਾਂ ਫਿਰ ਨਾਟ ਇੱਥੇ ਲਾਵਾਂਗੇ ਕਿ ਇੱਥੇ ਲਾਵਾਂਗੇ, ਕਈ ਜਣੇ ਕਨਫਿਊਜ਼ ਹੋ ਜਾਂਦੇ ਹੈਗੇ, ਓਕੇ। ਤਾਂ ਚੇਤੇ ਰੱਖਿਓ ਇੱਕ ਸੈਂਟੈਂਸ ਦੇ ਵਿੱਚ ਭਾਵੇਂ 10 ਹੈਲਪਿੰਗ ਵਰਬ ਆ ਜਾਣ, ਜਦੋਂ ਤੱਕ ਇੱਕ ਸੈਂਟੈਂਸ ਕੰਪਲੀਟ ਹੁੰਦਾ, ਓਕੇ, ਉਹਦੇ ਵਿੱਚ ਭਾਵੇਂ 10 ਹੈਲਪਿੰਗ ਵਰਬ ਆ ਜਾਣ, ਜੇ ਨਾਟ ਦੀ ਲੋੜ ਪੈਂਦੀ ਹੈ, ਇੱਕ ਸਿੰਪਲ ਸੈਂਟੈਂਸ ਦੀ ਗੱਲ ਕਰ ਰਿਹਾ ਮੈਂ, ਨਾਟ ਪਹਿਲੇ ਹੈਲਪਿੰਗ ਵਰਬ ਤੋਂ ਬਾਅਦ ਹੀ ਲੱਗੂਗਾ। ਯਾਨੀ ਕਿ ਜੇ ਨਾਟ ਲਾਉਣਾ ਜਾਂ ਸਪੋਜ਼ ਕਰੋ ਆਹ ਫਾਰਮੂਲੇ ਦੇ ਵਿੱਚ ਆਪਾਂ ਜੇ ਨਾਟ ਲਾਉਣਾ ਹੋਵੇ ਤਾਂ ਵਿਲ ਨਾਟ ਵੀ ਬਣੂਗਾ, ਓਕੇ। ਇਜ਼ ਦੈਟ ਕਲੀਅਰ? ਲੱਗੀ ਸਮਝ? ਬਾਕੀ ਹੈਲਪਿੰਗ ਵਰਬ ਨਾਟ ਤੋਂ ਬਾਅਦ ਹੀ ਲੱਗਦੇ ਹੁੰਦੇ, ਜਿੰਨੇ ਲੱਗਦੇ ਹੁੰਦੇ, ਬਾਕੀ ਸਾਰਾ ਫਾਰਮੂਲਾ ਸੇਮ ਰਹਿੰਦਾ ਹੁੰਦਾ।
ਉਸੇ ਤਰ੍ਹਾਂ ਹੀ ਜੇ ਰੇ ਸਪੋਜ਼ ਕਰੋ ਮਾਡਲ ਵਰਬ ਦੇ ਤੌਰ ਤੇ ਮੈਂ ਸ਼ੁੱਡ ਨੂੰ ਯੂਜ਼ ਕਰਾਂ ਤਾਂ ਸ਼ੁੱਡ ਨਾਟ ਵੀ ਆਊਗਾ ਇੱਥੇ। ਅੰਡਰਸਟੈਂਡ? ਕਲੀਅਰ? ਹੁਣ ਤੁਹਾਨੂੰ ਚਲੋ ਆ ਚੀਜ਼ ਕਲੀਅਰ ਸੀਗੀ ਕਿ ਵੀ ਆ ਹੈਗਾ ਐਕਟਿਵ ਦਾ ਫਾਰਮੂਲਾ ਤੇ ਥੱਲੇ ਵਾਲਾ ਸੀਗਾ ਪੈਸਿਵ ਦਾ ਫਾਰਮੂਲਾ। ਇਹਦੇ ਵਿੱਚ ਆਪਾਂ ਕੀ ਸਿੱਖਿਆ ਕਿ ਮਾਡਲ ਤੋਂ ਬਾਅਦ ਹਮੇਸ਼ਾ ਵਰਬ ਦੀ ਫਰਸਟ ਫਾਰਮ ਹੀ ਲੱਗਦੀ ਹੁੰਦੀ ਆ, ਚਾਹੇ ਐਕਟਿਵ ਸੈਂਟੈਂਸ ਬਣਾ ਲਓ ਚਾਹੇ ਪੈਸਿਵ ਸੈਂਟੈਂਸ ਬਣਾ ਲਓ। ਮਾਡਲ ਤੋਂ ਬਾਅਦ ਦੀ ਗੱਲ ਕਰਦਾ ਮੈਂ ਇਕੱਲੇ ਕਿ ਮਾਡਲ ਤੋਂ ਬਾਅਦ ਜਿਹੜਾ ਜੇ ਮੈਂ ਵਰਬ ਦੇਖਣਾ ਤਾਂ ਮੈਨੂੰ ਵਰਬ ਦੀ ਫਰਸਟ ਫਾਰਮ ਹੀ ਦੇਖਣ ਨੂੰ ਮਿਲੇ, ਹੋਰ ਕੋਈ ਨਾ ਮਿਲੇ। ਕਲੀਅਰ ਆ? ਦੂਜਾ ਰੂਲ ਇਹ ਵੀ ਆ ਕਿ ਵੀ ਜੇ ਪੈਸਿਵ ਸੈਂਟੈਂਸ ਕਿਤੇ ਵੀ ਬਣਦਾ ਵਾ ਤਾਂ ਉਹਦੇ ਵਿੱਚ ਵਰਬ ਦੀ ਥਰਡ ਫਾਰਮ ਹੀ ਵਰਤੀ ਜਾਊਗੀ, ਹੋਰ ਕੋਈ ਨਹੀਂ ਵਰਤੀ ਜਾਣੀ। ਠੀਕ ਆ ਜੀ? ਪਰ ਜਦੋਂ ਅਸੀਂ ਮਾਡਲਸ ਦਾ ਪੈਸਿਵ ਸੈਂਟੈਂਸ ਬਣਾਉਂਦੇ ਆਂਗੇ ਇੱਥੇ ਇਹ ਦੋਨੇ ਰੂਲ ਅਪਲਾਈ ਹੁੰਦੇ ਆਗੇ। ਪੈਸਿਵ ਸੈਂਟੈਂਸ ਹੋਣ ਕਰਕੇ ਜਿਹੜਾ ਸਾਡਾ ਮੇਨ ਵਰਬ ਰਹੂਗਾ ਉਹ ਵਰਬ ਦੀ ਥਰਡ ਫਾਰਮ ਆ ਜਾਂਦੀ ਹੈਗੀ, ਤੇ ਜਿਹੜਾ ਰੂਲ ਬਣਿਆ ਹੋਇਆ ਕਿ ਮਾਡਲ ਤੋਂ ਬਾਅਦ ਵਰਬ ਦੀ ਫਰਸਟ ਫਾਰਮ ਹੀ ਲਾਉਣੀ ਹੈਗੀ, ਉੱਤੇ ਆਪਾਂ ਬੀ ਨੂੰ ਐਜ਼ ਅ ਫਰਸਟ ਫਾਰਮ ਆਫ ਵਰਬ ਯੂਜ਼ ਕਰ ਲੈਂਦੇ ਹਾਂ। ਕਲੀਅਰ ਹੋਇਆ ਜੀ? ਓਕੇ, ਕੋਈ ਡਾਊਟ ਇੱਥੇ ਤੱਕ ਕਿਸੇ ਨੂੰ? ਪੈਸੇ ਦੀ ਮੜਾ ਬਣਾ ਕੇ ਦਿਖਾ ਦਿਓ। ਹਾਂਜੀ, ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਦਾ। ਜਿੱਦਾਂ ਮੈਂ ਆਹ ਸੈਂਟੈਂਸ ਵਿੱਚੋਂ ਰੱਬ ਕਰਨ ਲੱਗਿਆ ਜੀ, ਹੁਣ ਮੈਂ ਐਕਟਿਵ ਸੈਂਟੈਂਸ ਵੀ ਬਣਾਉਂਗਾ ਪੈਸਿਵ ਸੈਂਟੈਂਸ ਵੀ ਬਣਾਉਂਗਾ। ਓਕੇ, ਜੇ ਐਕਟਿਵ ਸੈਂਟੈਂਸ ਮਾਡਲ ਦਾ ਉਹ ਹੈਗਾ ਜਿਵੇਂ ਕਿ ਗਵਰਨਮੈਂਟ ਗਰੀਬ ਲੋਕਾਂ ਨੂੰ ਫੰਡ ਦਿੰਦੀ ਹੈ। ਓਕੇ, ਜਾਂ ਗਵਰਨਮੈਂਟ ਨੂੰ ਗਰੀਬ ਲੋਕਾਂ ਨੂੰ ਫੰਡ ਦੇਣੇ ਚਾਹੀਦੇ ਹਨ ਤਾਂ ਲਿਖਾਂਗੇ ਆਪਾਂ ਗਵਰਨਮੈਂਟ ਜ਼ਰੂਰ ਦੇਣੇ ਚਾਹੀਦੇ ਹਨ, ਤਾਂ ਆਪਾਂ ਮਸਟ ਯੂਜ਼ ਕਰ ਲੈਂਦੇ ਹਾਂ। ਜੇ ਇਕੱਲਾ ਚਾਹੀਦਾ ਹੋਵੇ ਤਾਂ ਸ਼ੁੱਡ ਯੂਜ਼ ਕਰ ਲੈਂਦੇ ਹਾਂ। ਓਕੇ, ਸ਼ੁੱਡ ਤੇ ਮਸਟ ਦੇ ਵਿੱਚ ਇਹ ਡਿਫਰੈਂਸ ਹੁੰਦਾ। ਪੰਜਾਬੀ ਦੋਨਾਂ ਦੀ ਚਾਹੀਦਾ ਹੈ ਹੀ ਹੁੰਦੀ ਹੈਗੀ, ਸ਼ੁੱਡ ਤੇ ਮਸਟ ਦੀ। ਜੇ ਕਹਿਣਾ ਵੇ ਗਵਰਨਮੈਂਟ ਨੂੰ ਫੰਡ ਗਰੀਬ ਲੋਕਾਂ ਨੂੰ ਜ਼ਰੂਰ ਦੇਣੇ ਚਾਹੀਦੇ ਨੇ ਤਾਂ ਇੱਥੇ ਮਸਟ ਯੂਜ਼ ਹੋ ਜਾਊਗਾ। ਓਕੇ, ਜੇ ਆਪਾਂ ਕਹਿ ਦਈਏ ਵੀ ਸਿੰਪਲ ਕਿ ਗਵਰਨਮੈਂਟ ਗਰੀਬ ਲੋਕਾਂ ਨੂੰ ਫੰਡ ਦੇਣੇ ਚਾਹੀਦੇ ਨੇ ਗਵਰਨਮੈਂਟ ਨੂੰ, ਓਕੇ, ਫਿਰ ਆਪਾਂ ਕਹਿ ਦਿੰਦੇ ਆ ਕਿ ਸ਼ੁੱਡ ਲਾ ਦਿੰਦੇ ਆ ਉੱਥੇ। ਚਾਹੇ ਸ਼ੁੱਡ ਲਾ ਲਓ ਮਸਟ ਲਾ ਲਓ, ਰੂਲ ਤਾਂ ਸੇਮ ਹੀ ਲੈਣਾਗਾ। ਗਵਰਨਮੈਂਟ ਸ਼ੁੱਡ ਗਿਵ ਲਿਖ ਲਓ, ਪ੍ਰੋਵਾਈਡ ਲਿਖ ਲਓ। ਦੇਖੋ ਜੀ ਆ ਐਕਟਿਵ ਸੈਂਟੈਂਸ ਆ, ਐਕਟਿਵ ਗਵਰਨਮੈਂਟ ਸਬਜੈਕਟ ਆ ਗਿਆ, ਸ਼ੁੱਡ ਮਾਡਲ ਵਰਬ ਆ ਗਿਆ, ਗਿਵ ਫਸਟ ਫਾਰਮ ਆ ਗਈ ਉਰੇ ਆ ਰੂਲ ਦੀ, ਮਾਡਲ ਸਬਜੈਕਟ ਮਾਡਲ ਨਾਟ ਮੈਂ ਲਾ ਨਹੀਂ ਰਿਹਾ, ਵਰਬ ਦੀ ਫਾਰਮ ਆ ਗਈ। ਓਕੇ, ਕੀ ਦੇਣਾ ਚਾਹੀਦਾਗਾ? ਫੰਡਸ। ਓਕੇ ਜੀ, ਗਵਰਨਮੈਂਟ ਸ਼ੁੱਡ ਗਿਵ ਫੰਡਸ ਕਿਹਨੂੰ ਦੇਣੇ ਚਾਹੀਦੇ ਆ? ਟੂ ਪੂਅਰ ਪੀਪਲ। ਜੇ ਲਿਖਣਾ ਰਹਾ ਤੁਸੀਂ ਲਿਖ ਸਕਦੇ ਹੋ। ਓਕੇ, ਹੁਣ ਇਹੀ ਸੈਂਟੈਂਸ ਨੂੰ ਜਦੋਂ ਆਪਾਂ ਪੈਸਿਵ ਦੇ ਵਿੱਚ ਚੇਂਜ ਕਰਾਂਗੇ ਤਾਂ ਮੈਂ ਕੀ ਲਿਖੂੰਗਾ? ਆਹ ਵਾਲਾ ਕੱਲਾ ਸਬਜੈਕਟ ਨੂੰ ਆਬਜੈਕਟ ਮੂਰੇ ਕੱਢ ਲੂੰ, ਫੰਡਸ। ਓਕੇ, ਆ ਦੇਖੋ ਮੈਂ ਆਹੀ ਰੂਲ ਅਪਲਾਈ ਕਰੂੰ। ਇਹਦੇ ਵਿੱਚ ਮਾਡਲ ਕਿਹੜਾ ਸੀਗਾ? ਸ਼ੁੱਡ। ਓਕੇ, ਹੁਣ ਜੇ ਮੈਂ ਸਿੱਧੀ ਵਰਬ ਦੀ ਥਰਡ ਫਾਰਮ ਲਾਉਣੀ ਹੋਵੇ ਤਾਂ ਗਿਵ ਦੀ ਕੀ ਬਣ ਜੂਗੀ? ਗਿਵਨ। ਫਿਰ ਦੇਖੋ ਸ਼ੁੱਡ ਇੱਕ ਮਾਡਲ ਹੈ ਨਾ, ਮਾਡਲ ਤੋਂ ਬਾਅਦ ਥਰਡ ਫਾਰਮ ਲੱਗ ਗਈ ਤਾਂ ਰੂਲ ਗਲਤ ਹੁੰਦਾ, ਤਾਂ ਕਰਕੇ ਆਪਾਂ ਇੱਥੇ ਵਿਚਾਲੇ ਕੀ ਲਾ ਲੈਂਦੇ ਨੇ? ਬੀ। ਫੰਡਸ ਸ਼ੁੱਡ ਬੀ ਗਿਵਨ। ਤੁਸੀਂ ਇੱਥੇ ਟੂ ਪੂਅਰ ਪੀਪਲ ਬਾਈ ਗਵਰਨਮੈਂਟ ਲਿਖਣਾ ਉਹ ਵੀ ਲਿਖ ਸਕਦੇ ਹੋ, ਸ਼ੁੱਡ ਗਿਵਨ ਬਾਈ ਗਵਰਨਮੈਂਟ। ਸ਼ਾਰਟ ਚ ਲਿਖਤਾ ਮੈਂ ਗਵਰਨਮੈਂਟ ਟੂ ਪੂਅਰ ਪੀਪਲ ਜਾਂ ਟੂ ਡੈਸਟੀਟਿਊਟਸ ਲਿਖਣਾ ਚਾਹੁੰਦੇ ਹੋਗੇ ਇਦਾਂ ਵੀ ਲਿਖ ਸਕਦੇ। ਯਾਨੀ ਕਿ ਗਿਵਨ ਤੋਂ ਬਾਅਦ ਟੂ ਪੂਅਰ ਪੀਪਲ ਮੂਰੇ ਪਾਉਣਾ, ਬਾਈ ਗਵਰਨਮੈਂਟ ਬਾਅਦ ਚ ਪਾਉਣਾ, ਉਵੇਂ ਵੀ ਬਣ ਜੂ ਸੈਂਟੈਂਸ। ਬਾਈ ਗਵਰਨਮੈਂਟ ਟੂ ਪੂਅਰ ਪੀਪਲ ਇਦਾਂ ਲਿਖਣਾਗਾ, ਐਂ ਵੀ ਸੈਂਟੈਂਸ ਸਹੀ ਹੈ। ਦੋਨੇ ਤਰ੍ਹਾਂ ਨਾਲ ਸੈਂਟੈਂਸ ਸਹੀ ਬਣ ਜਾਂਦਾ। ਐਸਾ ਦੇਖੋ ਮੈਂ ਹੁਣ ਇੱਥੇ ਇਹਨੂੰ ਸਾਰੇ ਨੂੰ ਰੱਬ ਕਰਕੇ ਨਾ ਤੁਹਾਨੂੰ ਬੀ ਦੇ ਬਾਰੇ ਗੱਲਾਂ ਲੈ ਸਾਰੇ ਸੈਂਟੈਂਸ ਬਣਾ ਕੇ ਦਿਖਾਉਂਗਾ ਕਿ ਕੱਲੇ ਬੀ ਦੇ ਨਾਲ ਕਿੰਨੇ ਤਰ੍ਹਾਂ ਦੇ ਸੈਂਟੈਂਸ ਬਣ ਸਕਦੇ ਆ। ਓਕੇ,